ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਟੋਰਾਂਟੋ ਦੇ ਵਿੱਚ ਸਾਰੀਆਂ ਦੀਆਂ ਨਿਗਾਹਾਂ ਓਲੀਵੀਆ ਚਾਓ ਦੇ ਉੱਤੇ। ਅਸੀਂ ਦੱਸ ਦਈਏ ਵੂਮਨ ਆਫ ਕਲਰ ਔਰ ਰੇਸ਼ਲਾਈਜ਼ ਵੂਮਨ ਹੀ ਨਹੀਂ ਸਿਰਫ, ਬਲਕਿ ਇੱਕ ਮਹਿਲਾ ਮੇਅਰ ਦਾ ਜਿਹੜਾ ਚੁਣਾਵ ਕੀਤਾ ਗਿਆ ਹੈਗਾ ਟੋਰਾਂਟੋ ਦੁਆਰਾ, ਇਹਨੂੰ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਕਦਮ ਜਿਹੜਾ ਉਹ ਦੱਸਿਆ ਜਾ ਰਿਹਾ। ਓਲੀਵੀਆ ਚਾਓ ਨੇ ਕਿਹਾ ਹੈ ਕਿ ਉਹ ਆਪਣਾ ਆਫਿਸ ਜਿਹੜਾ ਉਹ 12 ਜੁਲਾਈ ਤੋਂ ਜਿਹੜਾ ਆਫੀਸ਼ੀਅਲੀ ਟੇਕ ਓਵਰ ਕਰਨਗੇ। ਔਰ ਕੀ ਕੰਮ ਉਹਨਾਂ ਦੇ ਏਜੰਡੇ ਦੇ ਉੱਤੇ ਹੈਗੇ ਨੇ। ਉਹਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਅਫੋਰਡੇਬਲ ਹਾਊਸਿੰਗ ਇੱਕ ਬੜਾ ਇੰਪੋਰਟੈਂਟ ਮੁੱਦਾ ਜਿਹੜਾ ਬਣਦਾ ਚਲਾ ਜਾ ਰਿਹਾ ਔਰ ਅਫੋਰਡੇਬਲ ਹਾਊਸਿੰਗ ਦੀ ਉਹ ਗੱਲ ਕਰ ਰਹੇ ਨੇ। ਇਸ ਤੋਂ ਇਲਾਵਾ ਕ੍ਰਾਈਮ ਦੇ ਉੱਤੇ ਕਿੱਦਾਂ ਕੰਟਰੋਲ ਕੀਤਾ ਜਾਏ ਉਹਦੇ ਬਾਰੇ ਗੱਲਬਾਤ ਕਰਨਗੇ। ਔਰ ਓਲੀਵੀਆ ਚਾਓ ਨੇ ਕਿਹਾ ਹੈ ਕਿ ਪਹਿਲਾ ਕੰਮ ਜਿਹੜਾ ਉਹ ਹੋਏਗਾ ਉਹਨਾਂ ਦਾ ਹਾਊਸਿੰਗ 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 ਹਾਊਸਿੰਗ। ਇਹ ਓਲੀਵੀਆ ਚਾਓ ਕਹਿ ਰਹੇ ਨੇ। ਅਸੀਂ ਦੱਸ ਦਈਏ ਕਿ ਆਪਣੇ ਸਪੋਰਟਰਸ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਓਲੀਵੀਆ ਚਾਓ ਦੇ ਸਪੋਰਟਰ ਸੀਗੇ, ਜਿਹਦੇ ਵਿੱਚ ਕਿ ਓਲੀਵੀਆ ਚਾਓ ਨੇ ਸਾਰੇ ਹੀ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈਗਾ, ਟੋਰਾਂਟੋ ਦਾ ਧੰਨਵਾਦ ਕੀਤਾ ਹੈ। ਓਲੀਵੀਆ ਚਾਓ ਨੇ ਇਹ ਵੀ ਕਿਹਾ ਹੈਗਾ ਕਿ ਜੇ ਤੁਸੀਂ ਲੋਕ ਇਹ ਸੋਚਦੇ ਹੈਗੇ ਹੋ ਕਿ ਇੱਕ ਬਾਹਰੋਂ ਆਈ ਕੋਈ ਮਹਿਲਾ ਜੋ ਕਿਸੇ ਟਾਈਮ ਉਹਨਾਂ ਨੇ ਆਪਣੀ ਹਿਸਟਰੀ ਬਾਰੇ ਵੀ ਦੱਸਿਆ ਕਿ ਬੜੇ ਚੈਲੰਜਿਸ ਸੀਗੇ ਜਦੋਂ ਆਪਣੇ ਇਕੱਲੀ ਮਦਰ ਦੇ ਨਾਲ ਰਹਿੰਦੇ ਸੀਗੇ, ਸੋ ਫਾਈਨੈਂਸ਼ੀਅਲੀ ਹੋਰ ਬੜੇ ਸਾਰੇ ਉਹਨਾਂ ਸਾਹਮਣੇ ਚੈਲੰਜਿਸ ਸੀਗੇ। ਲੇਕਿਨ ਓਲੀਵੀਆ ਚਾਓ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਸਾਰੇ ਚੈਲੰਜਿਸ ਦੇ ਬਾਵਜੂਦ ਉਹਨਾਂ ਨੇ ਜੋ ਇਹ ਅੱਜ ਟੋਰਾਂਟੋ ਦੇ ਮੇਅਰ ਬਣ ਕੇ ਤੁਹਾਡੇ ਸਾਹਮਣੇ ਖੜੇ ਨੇ, ਸੋ ਇਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ। ਅਸੀਂ ਦੱਸ ਦਈਏ ਕਿ ਓਲੀਵੀਆ ਚਾਓ ਜਿਨ੍ਹਾਂ ਦੇ ਬਾਰੇ ਹਾਲ ਹੀ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਕਿਹਾ ਸੀਗਾ ਕਿ ਜੇ ਓਲੀਵੀਆ ਚਾਓ ਟੋਰਾਂਟੋ ਦੇ ਮੇਅਰ ਬਣਦੇ ਨੇ ਤੇ ਇਹ ਟੋਰਾਂਟੋ ਵਾਸਤੇ ਇੱਕ ਬੜਾ ਵੱਡਾ ਡਿਜ਼ਾਸਟਰ ਹੋਏਗਾ। ਔਰ ਪ੍ਰੀਮੀਅਰ ਡਗ ਫੋਰਡ ਜਿਹੜੇ ਨੇ ਓਪਨਲੀ ਮਾਰਕ ਸੌਂਡਰਸ ਨੂੰ ਸਪੋਰਟ ਕਰਦੇ ਰਹੇ ਨੇ। ਲੇਕਿਨ ਕੱਲ ਹੋਏ ਸਹਿਮ ਮੁਕਾਬਲੇ ਦੇ ਵਿੱਚ ਅਸੀਂ ਦੱਸ ਦਈਏ ਕਿ ਓਲੀਵੀਆ ਚਾਓ ਪਹਿਲੇ ਨੰਬਰ ਦੇ ਉੱਤੇ ਰਹੇ ਨੇ, ਬੜੀ ਸਟਰੋਂਗ ਸਪੋਰਟ ਉਹਨੂੰ ਮਿਲੀ ਹੈ। ਦੂਸਰੇ ਨੰਬਰ ਦੇ ਉੱਤੇ ਐਨਾ ਬਾਇਲੋ ਜੋ ਕੁਝ ਦੇਰ ਤੱਕ ਅੱਗੇ ਵੀ ਚੱਲੇ ਸੀਗੇ ਓਲੀਵੀਆ ਚਾਓ ਤੋਂ, ਲੇਕਿਨ ਬਾਅਦ ਦੇ ਵਿੱਚ ਇਸ ਕੜੇ ਮੁਕਾਬਲੇ 'ਚ ਓਲੀਵੀਆ ਚਾਓ ਜਿੱਤ ਗਏ ਨੇ। ਪ੍ਰੀਮੀਅਰ ਡਗ ਫੋਰਡ ਉਹਨਾਂ ਦੇ ਪਸੰਦੀਦਾ ਕੈਂਡੀਡੇਟ ਮਾਰਕ ਸੌਂਡਰਸ ਜਿਨ੍ਹਾਂ ਨੂੰ ਸਪੋਰਟ ਕਰਦੇ ਰਹੇ ਨੇ, ਉਹ ਤੀਸਰੇ ਨੰਬਰ ਦੇ ਉੱਤੇ ਇਸ ਰੇਸ ਦੇ ਵਿੱਚ ਆਏ ਨੇ। ਹੁਣ ਅਸੀਂ ਗੱਲ ਕਰਦੇ ਹਾਂ ਓਲੀਵੀਆ ਚਾਓ ਜੋ ਕਿ ਪ੍ਰੋਵਿੰਸ਼ੀਅਲ, ਫੈਡਰਲ ਜਾਂ ਮਿਊਨਿਸਪਲ ਕਈ ਲੈਵਲ ਦੇ ਉੱਤੇ ਜਿਹੜੇ ਨੇ ਉਹ ਐਕਟਿਵ ਰਹੇ ਨੇ। ਖਾਸ ਕਰ ਮਿਊਨਿਸਪਲ ਔਰ ਫੈਡਰਲ ਲੈਵਲ ਦੇ ਉੱਤੇ ਉਹ ਕਾਫੀ ਐਕਟਿਵ ਰਹੇ ਨੇ। ਓਲੀਵੀਆ ਚਾਓ ਜਿਨ੍ਹਾਂ ਦਾ ਜਨਮ ਬ੍ਰਿਟਿਸ਼ ਹਾਂਗਕਾਂਗ ਦੇ ਵਿੱਚ ਹੋਇਆ ਸੀਗਾ ਔਰ ਉੱਥੇ ਇੱਕ ਮਿਡਲ ਕਲਾਸ ਪਰਿਵਾਰ ਤੋਂ ਉਹਨਾਂ ਦਾ ਸੰਬੰਧ ਸੀਗਾ। ਕੈਨੇਡਾ ਦੇ ਵਿੱਚ ਉਹ ਆਏ 1970 ਦੇ ਵਿੱਚ। 1970 ਦੇ ਵਿੱਚ ਉਸ ਸਮੇਂ ਉਹਨਾਂ ਦੀ ਉਮਰ ਸਿਰਫ 13 ਸਾਲ ਸੀਗੀ ਜਦੋਂ ਇੱਥੇ ਆ ਕੇ ਰਹੇ ਨੇ। ਔਰ ਉਹਨਾਂ ਨੇ ਉਹਦੀ ਗੱਲਬਾਤ ਵੀ ਕਈ ਵਾਰ ਸ਼ੇਅਰ ਕਰ ਚੁੱਕੇ ਨੇ। ਸੇਂਟ ਜੇਮਸ ਟਾਊਨ ਜਿਹੜਾ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਇੱਕ ਨੇਬਰਹੁੱਡ ਹੋਇਆ ਕਰਦਾ ਸੀਗਾ, ਉਹਨਾਂ ਦੇ ਫਾਦਰ ਜਿਹੜੇ ਸੀਗੇ ਉਹਨਾਂ ਦੇ ਕੁਝ ਔਡ ਜੌਬਸ ਵਗੈਰਾ ਕਰਿਆ ਕਰਦੇ ਸੀਗੇ। ਔਰ ਉਹਨਾਂ ਦੇ ਜਿਹੜੇ ਮਦਰ ਹੈਗੇ ਨੇ ਉਹ ਵੀ ਆਪਣੀਆਂ ਕਿਸੇ ਨਾ ਕਿਸੇ ਤਰ੍ਹਾਂ ਨੌਕਰੀ ਕਰ ਰਹੇ ਸੀਗੇ ਔਰ ਹੋਟਲ ਇੰਡਸਟਰੀ ਦੇ ਵਿੱਚ ਐਜ਼ ਮੇਡ ਵੀ ਉਹਨਾਂ ਨੇ ਕੰਮ ਕੀਤਾ ਹੈਗਾ। ਔਰ ਅਸੀਂ ਇੱਥੇ ਦੱਸ ਦਈਏ ਕਿ ਪਰਿਵਾਰ ਦੇ ਵਿੱਚ ਹਾਲਾਤ ਕੋਈ ਬਹੁਤ ਜ਼ਿਆਦਾ ਸੁਖਾਵੇਂ ਜਿਹੜੇ ਆ ਉਹ ਨਹੀਂ ਸੀਗੇ। ਇਸ ਤੋਂ ਬਾਅਦ ਅਸੀਂ ਦੱਸਦੀ ਕਿ ਓਲੀਵੀਆ ਚਾਓ ਉਹਨਾਂ ਦੇ ਜੇ ਪੋਲੀਟੀਕਲ ਕੈਰੀਅਰ ਦੀ ਅਸੀਂ ਗੱਲ ਕਰੀਏ ਤਾਂ ਓਲੀਵੀਆ ਚਾਓ ਸਿਆਸਤ ਦੇ ਵਿੱਚ 1980s ਦੇ ਵਿੱਚ ਕਾਫੀ ਐਕਟਿਵ ਹੋਏ। ਉਸ ਸਮੇਂ ਇੱਥੇ ਦੇ NDP ਦੇ ਮੈਂਬਰ ਪਾਰਲੀਮੈਂਟ ਸੀਗੇ ਡੈਨ ਹੀਪ, ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਡੈਨ ਹੀਪ ਦੀ ਹੀ ਮਦਦ ਦੇ ਨਾਲ ਓਲੀਵੀਆ ਚਾਓ ਉਹਨਾਂ ਨੇ ਸਕੂਲ ਬੋਰਡ ਟਰਸਟੀ ਦੀ ਇਲੈਕਸ਼ਨ ਲੜੀ ਔਰ ਨਵੰਬਰ 1985 ਦੇ ਵਿੱਚ ਪਹਿਲੀ ਵਾਰੀ ਸਕੂਲ ਬੋਰਡ ਟਰਸਟੀ ਦੀ ਇਲੈਕਸ਼ਨ ਜਿੱਤੀ ਓਲੀਵੀਆ ਚਾਓ ਨੇ। ਇੱਥੋਂ ਉਹਨਾਂ ਦਾ ਸਕੂਲ ਬੋਰਡ ਟਰਸਟੀ ਦੇ ਤੌਰ ਦੇ ਉੱਤੇ ਇਹਨਾਂ ਦਾ ਕੈਰੀਅਰ ਦੀ ਸ਼ੁਰੂਆਤ ਹੋਈ। ਉਸ ਤੋਂ ਬਾਅਦ 1991 ਦੇ ਵਿੱਚ 1991 ਦੇ ਵਿੱਚ ਓਲੀਵੀਆ ਚਾਓ ਜਿਨ੍ਹਾਂ ਨੇ ਕਿ ਟੋਰਾਂਟੋ ਕਾਉਂਸਲਰ ਦੀ ਇਲੈਕਸ਼ਨ ਲੜੀ ਔਰ 1991 ਦੇ ਵਿੱਚ ਉਹ ਪਹਿਲੀ ਵਾਰੀ ਇੱਥੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਵਧੀਆ ਕਾਮਯਾਬੀ ਹਾਸਿਲ ਹੋਈ। ਇਸ ਤੋਂ ਬਾਅਦ ਉਹ ਫੈਡਰਲ ਸਿਆਸਤ ਦੇ ਵਿੱਚ ਚਲੇ ਗਏ। 1997 ਦੇ ਵਿੱਚ ਉਹ ਪਹਿਲੀ ਵਾਰੀ NDP ਦੇ ਕੈਂਡੀਡੇਟ ਦੀ ਤਰ੍ਹਾਂ ਉਹਨਾਂ ਨੇ ਲੜਾਈ ਲੜੀ, ਲੇਕਿਨ ਉਸ ਸਮੇਂ 1997 ਦੇ ਵਿੱਚ ਜਿਹੜੀ ਆ ਉਹ ਇਲੈਕਸ਼ਨ ਹਾਰ ਗਏ। ਉਸ ਤੋਂ ਬਾਅਦ ਓਲੀਵੀਆ ਚਾਓ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜਾ ਹੈਗਾ ਜੀ ਆਪਣੀ ਜਿਹੜਾ ਫੈਡਰਲ ਕੈਰੀਅਰ ਦੀ ਜਿਹੜੀ ਸਿਆਸਤ ਹੈ ਉਹ ਜਾਰੀ ਰੱਖੀ ਔਰ ਬਤੌਰ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ NDP ਵੱਲੋਂ ਇੱਥੋਂ ਜਿੱਤਦੇ ਰਹੇ ਨੇ। ਉਸ ਤੋਂ ਬਾਅਦ NDP ਦੇ ਮੈਂਬਰ ਪਾਰਲੀਮੈਂਟ ਜਿੱਥੇ ਉਹ ਜਿੱਤਦੇ ਰਹੇ ਨੇ, ਫਿਰ ਉਹਨਾਂ ਨੇ ਦੁਬਾਰਾ ਤੋਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਆ ਗਏ। 2014 ਦੇ ਵਿੱਚ ਉਹਨਾਂ ਨੇ ਫਿਰ ਦੁਬਾਰਾ ਤੋਂ ਜਿਹੜੀ ਹੈ ਇਲੈਕਸ਼ਨ ਲੜੀ ਔਰ 2014 ਦੇ ਵਿੱਚ ਉਹ ਮਿਊਨਿਸਪਲ ਇਲੈਕਸ਼ਨ ਬਤੌਰ ਟੋਰਾਂਟੋ ਦੇ ਮੇਅਰ ਹਾਰ ਗਏ। ਉਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਦੁਬਾਰਾ ਤੋਂ ਹੁਣ ਲਗਭਗ 10 ਸਾਲ ਦੇ ਵਕਫੇ ਦੀ ਅਸੀਂ ਗੱਲ ਕਰ ਰਹੇ ਹਾਂ। 10 ਸਾਲ ਦੇ ਵਕਫੇ ਤੋਂ ਬਾਅਦ ਓਲੀਵੀਆ ਚਾਓ ਜਿਹੜੇ ਨੇ ਉਹ ਦੁਬਾਰਾ ਤੋਂ ਹੁਣ ਫਿਰ ਮੇਅਰ ਦੀ ਉਹਨਾਂ ਇਲੈਕਸ਼ਨ ਲੜੀ ਔਰ ਇਹਦੇ ਵਿੱਚ ਉਹਨਾਂ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਸੋ ਮੈਂਬਰ ਪਾਰਲੀਮੈਂਟ ਰਹੇ ਨੇ ਜੀ ਟ੍ਰਿਨਿਟੀ ਸਪੈਡਾਈਨਾ ਤੋਂ 2006 ਤੋਂ ਲੈ ਕੇ 2014 ਤੱਕ। ਔਰ 2014 ਦੇ ਵਿੱਚ ਅਸੀਂ ਜਾਣਦੇ ਹਾਂ ਕਿ ਬੜੀ ਮਸ਼ਹੂਰ ਇਲੈਕਸ਼ਨ ਦੀ ਰੇਸ ਸੀਗੀ ਜਿਹਦੇ ਵਿੱਚ ਕਿ ਜਿੱਤੇ ਤੇ ਜੌਨ ਟੋਰੀ ਔਰ ਡਗ ਫੋਰਡ ਜਿਹੜੇ ਸੀਗੇ, ਰੌਫੋਰਡ ਦੇ ਬ੍ਰਦਰ ਉਸ ਸਮੇਂ ਰੌਫੋਰਡ ਸਾਹਿਬ ਦਾ ਇੰਤਕਾਲ ਹੋ ਗਿਆ ਸੀਗਾ। ਡਗ ਫੋਰਡ ਔਰ ਜੌਨ ਟੋਰੀ ਦੇ ਵਿੱਚ ਫਸਵਾਂ ਮੁਕਾਬਲਾ ਔਰ ਤੀਸਰੇ ਨੰਬਰ ਦੇ ਉੱਤੇ ਉਸ ਵੇਲੇ ਰਹੇ ਸੀਗੇ ਓਲੀਵੀਆ ਚਾਓ। ਸੋ ਅੱਜ ਵੀ ਇਹ ਮੇਜਰ ਪਲੇਅਰਸ ਨੇ। ਜੌਨ ਟੋਰੀ ਹੋਣਾ ਦਾ ਅਚਾਨਕ ਇਸਤੀਫਾ ਆ ਜਾਂਦਾ ਹੈ। ਡਗ ਫੋਰਡ 2014 ਦੀ ਉਸ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਕੰਪੀਟੀਟਰ ਸੀਗੇ ਔਰ ਅੱਜ ਉਹ ਪ੍ਰੀਮੀਅਰ ਜਿਹੜੇ ਨੇ ਉਹ ਬਣ ਚੁੱਕੇ ਨੇ।
ਇੱਥੇ ਗੱਲ ਜ਼ਿਕਰ ਕਰਨੀ ਬੜੀ ਜ਼ਰੂਰੀ ਹੈ ਕਿ ਓਲਿਵੀਆ ਚਾਓ ਹੁਣਾਂ ਦਾ ਵਿਆਹ ਜਿਹੜਾ ਜੈਕ ਲੇਟਨ ਦੇ ਨਾਲ ਹੋਇਆ ਸੀ। ਉਹਨਾਂ ਦੀ ਇਹ ਵਿਡੋ ਹੈਗੇ ਨੇ। ਜੈਕ ਲੇਟਨ ਸਾਹਿਬ, ਜੇ ਤੁਹਾਨੂੰ ਯਾਦ ਹੋਏ ਕਿ NDP ਦੇ ਲੀਡਰ ਰਹਿ ਚੁੱਕੇ ਨੇ ਔਰ ਉਹਨਾਂ ਦਾ ਵੀ ਆਪਣਾ ਇੱਕ ਬੜਾ ਵੱਡਾ ਸਿਆਸੀ ਕੈਰੀਅਰ ਹੈ, ਬੜਾ ਵੱਡਾ ਉਹਨਾਂ ਦਾ ਯੋਗਦਾਨ ਹੈਗਾ ਔਰ ਲੀਡਰ ਆਫ ਦਾ ਆਫੀਸ਼ੀਅਲ ਓਪੋਜੀਸ਼ਨ ਸੀਗੇ ਉਹ 2011 ਦੇ ਵਿੱਚ। ਜੇ ਤੁਹਾਨੂੰ ਯਾਦ ਹੋਏ ਕਿ ਬੜੀ ਵੱਡੀ ਵੇਵ, ਔਰੇਂਜ ਵੇਵ ਜਿਹਨੂੰ ਕਿਹਾ ਜਾਂਦਾ ਸੀਗਾ, ਉਹ ਉਸ ਸਮੇਂ ਆਈ ਸੀਗੀ। ਹਾਲਾਂਕਿ ਉਹਨਾਂ 1988 ਦੇ ਵਿੱਚ ਜਿਹੜਾ ਜਿਨ੍ਹਾਂ ਦਾ ਵਿਆਹ ਹੋਇਆ ਸੀ 1988 ਦੇ ਵਿੱਚ ਓਲਿਵੀਆ ਚਾਓ ਔਰ ਜੈਕ ਲੇਟਨ ਦਾ ਵਿਆਹ ਹੋਇਆ ਸੀਗਾ। ਜਿਹੜੇ ਜੈਕ ਲੇਟਨ ਨੇ ਉਹਨਾਂ ਦੀ ਡੈਥ ਜਿਹੜੀ ਹੈਗੀ ਹੈ ਕੈਂਸਰ ਤੋਂ 2011 ਦੇ ਵਿੱਚ ਹੋ ਗਈ ਸੀਗੀ। ਇੱਕ ਡਿਟੇਲਡ ਐਨਾਲਿਸਿਸ ਜਿਹੜਾ ਜੀ ਅਸੀਂ ਜ਼ਰੂਰ ਤੁਹਾਡੇ ਲਈ ਓਲਿਵੀਆ ਚਾਓ ਉਹਨਾਂ ਦੀ ਬੈਕਗਰਾਊਂਡ ਦੇ ਬਾਰੇ ਉਹ ਅਸੀਂ ਚੈਨਲ ਵਾਈ ਦੇ ਉੱਤੇ ਤੁਹਾਡੇ ਲਈ ਜ਼ਰੂਰ ਪੇਸ਼ ਕਰਾਂਗੇ।